ਤਾਲਿਬਾਨੀਆਂ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਹੁਣ ਕੀ ਮਾਹੌਲ ਬਣਿਆ ਹੋਇਆ? ਕਾਬੁਲ ਹਵਾਈ ਅੱਡੇ ਤੇ ਅਫਰਾ ਤਫਰੀ ਹੁਣ ਤੱਕ ਵੀ ਜਾਰੀ ਹੈ। ਕੀ ਉੱਥੇ ਮਾਹੌਲ ਹੈ? ਤਾਲਿਬਾਨ ਨੇ ਪਹਿਲਾ ਬਿਆਨ ਕੀ ਦਿੱਤਾ ਹੈ? ਇਸ ਸਾਰੀਆਂ ਜਿਹੜੀਆਂ ਖਬਰਾਂ ਦੇ ਉੱਤੇ ਤੁਹਾਨੂੰ ਅਸੀਂ ਪੂਰੀ ਅਪਡੇਟ ਦੇਵਾਂਗੇ ਅੱਜ ਦੇ ਖਾਸ ਪ੍ਰਾਈਮ ਟਾਈਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਜਿਹੜੇ ਲੋਕਾਂ ਨੂੰ ਹਾਲੇ ਤੱਕ ਅਫਗਾਨਿਸਤਾਨ ਵਾਲੇ ਮੁੱਦੇ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਰਿਹਾ ਜਾਂ ਜਾਣਨਾ ਚਾਹੁੰਦੇ ਨੇ ਕਿ ਹੁਣ ਤੱਕ ਕੀ ਹੋਇਆ, ਉਹ ਇਸ ਪ੍ਰਾਈਮ ਟਾਈਮ ਨੂੰ ਧੁਰ ਤੱਕ ਜ਼ਰੂਰ ਸੁਣਨ। ਇੱਕੋ ਇੱਕ ਜਾਣਕਾਰੀ ਇਸ ਦੇ ਵਿੱਚ ਦਿੱਤੀ ਜਾਏਗੀ। ਤਾਲਿਬਾਨ ਨੇ ਸਭ ਤੋਂ ਪਹਿਲਾਂ ਇਹ ਕਿਹਾ ਕਿ ਸਾਨੂੰ ਉਮੀਦ ਨਹੀਂ ਸੀ ਇੱਥੋਂ ਤੱਕ ਪਹੁੰਚ ਜਾਵਾਂਗੇ। ਸੋ ਹੋਰ ਕੀ ਕੁਝ ਕਿਹਾ ਹੈ ਤਾਲਿਬਾਨ ਦੇ ਕਿਹੜੇ ਲੜਾਕੇ ਲੀਡਰ ਨੇ ਜਿਨ੍ਹਾਂ ਨੇ ਬਿਆਨ ਦਿੱਤਾ ਹੈ, ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹ ਸਾਰਾ ਕੁਝ ਦੱਸਾਂਗੇ। ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਫਗਾਨਿਸਤਾਨ ਦੇ ਵਿੱਚ ਰਾਸ਼ਟਰਪਤੀ ਅਸ਼ਰਫ ਗਨੀ ਦੀ ਅਗਵਾਈ ਵਾਲੀ ਸਰਕਾਰ ਹੁਣ ਡਿੱਗ ਚੁੱਕੀ ਹੈ ਤੇ ਅਫਗਾਨ ਗਨੀ ਉਜ਼ਬੇਕਿਸਤਾਨ ਜਾ ਕੇ ਲੁਕ ਗਏ ਨੇ। ਆਪਣੇ ਮੁਲਕ ਦੇ ਵਿੱਚੋਂ ਉਹ ਭੱਜ ਗਏ ਨੇ, ਮੁਲਕ ਛੱਡ ਕੇ ਦੌੜ ਗਏ ਨੇ। ਸਾਬਕਾ ਰਾਸ਼ਟਰਪਤੀ ਰਹੇ ਹਾਮਿਦ ਕਰਜ਼ਈ ਨੇ ਤਾਲਿਬਾਨ ਨੂੰ ਸ਼ਾਂਤੀਪੂਰਵਕ ਸੱਤਾ ਤਬਦੀਲੀ ਦੇ ਲਈ ਗੱਲਬਾਤ ਦੀ ਅਗਵਾਈ ਦੀ ਪੇਸ਼ਕਸ਼ ਕੀਤੀ ਹੈ। ਅਫਗਾਨਿਸਤਾਨ ਦੀ ਸਿੱਖਿਆ ਮੰਤਰੀ ਰੰਗੀਨਾ ਸਫੀਦੀ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਸਾਡੇ ਰਾਸ਼ਟਰਪਤੀ ਨੇ ਅਜਿਹਾ ਕੀਤਾ। ਸਾਨੂੰ ਰਾਸ਼ਟਰਪਤੀ ਤੇ ਪੂਰਾ ਭਰੋਸਾ ਸੀ, ਪਰ ਰਾਸ਼ਟਰਪਤੀ ਨੇ ਦੇਸ਼ ਛੱਡ ਕੇ ਮੁਲਕ ਤੋਂ ਭੱਜ ਕੇ ਸ਼ਰਮਨਾਕ ਕੰਮ ਕੀਤਾ ਹੈ। ਤੇ ਕਾਬੁਲ ਦੇ ਵਿੱਚ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਹੁਣ ਆਮ ਨਾਗਰਿਕ ਅਤੇ ਵਿਦੇਸ਼ੀ ਨਾਗਰਿਕ ਦੇਸ਼ ਛੱਡ ਕੇ ਜਾਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ, ਵਾਹ ਲਾ ਰਹੇ ਨੇ। ਐਤਵਾਰ ਰਾਤ ਤੋਂ ਹੀ ਕਾਬੁਲ 에ਅਰਪੋਰਟ ਤੇ ਵੱਡੀ ਗਿਣਤੀ ਵਿੱਚ ਲੋਕ ਪਹੁੰਚਣੇ ਸ਼ੁਰੂ ਹੋ ਗਏ ਸੀ ਤੇ ਉੱਥੇ ਅਫਰਾ ਤਫਰੀ ਦਾ ਮਾਹੌਲ ਲਗਾਤਾਰ ਬਣਿਆ ਹੋਇਆ। ਕਾਬੁਲ ਨੂੰ ਜਾਣ ਵਾਲੀਆਂ ਕਈ ਉਡਾਣਾਂ ਰੱਦ ਕਰ ਦਿੱਤੀਆਂ ਨੇ। ਤਕਰੀਬਨ ਸਾਰੀ ਦੁਨੀਆ ਦੇ ਜਿੰਨੇ ਵੀ ਮੁਲਕ ਹੈਗੇ ਨੇ ਸਭ ਨੇ ਉਡਾਣਾਂ ਰੱਦ ਕਰ ਦਿੱਤੀਆਂ ਨੇ। ਕਈਆਂ ਨੇ ਆਪਣੀਆਂ ਉਡਾਣਾਂ ਦਾ ਸਮਾਂ ਬਦਲ ਦਿੱਤਾ ਹੈ। ਇਸੇ ਦਰਮਿਆਨ ਭਾਰਤ ਦੀ ਹਵਾਈ ਸੇਵਾ 에ਅਰ ਇੰਡੀਆ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਕਾਬੁਲ ਦਾ 에ਅਰ ਸਪੇਸ ਬੰਦ ਹੋਣ ਕਾਰਨ ਹੁਣ 에ਅਰ ਇੰਡੀਆ ਦੀ ਫਲਾਈਟ ਕਾਬੁਲ ਨਹੀਂ ਜਾਏਗੀ। ਇਸ ਤੋਂ ਪਹਿਲਾਂ 에ਅਰ ਇੰਡੀਆ ਨੇ ਸਮੇਂ ਦੀ ਤਬਦੀਲੀ ਕੀਤੀ ਸੀ ਕਿਉਂਕਿ ਅਫਗਾਨਿਸਤਾਨ ਦੇ ਕਾਬੁਲ 'ਚ ਇੱਕ ਹੀ ਫਲਾਈਟ ਹੈ ਜਿਹੜੀ ਉਹ ਰੋਜ਼ਾਨਾ ਦਿੱਲੀ ਤੋਂ ਜਾਂਦੀ ਹੈ। ਇਸ ਫਲਾਈਟ ਦਾ ਸਮਾਂ ਪਹਿਲਾਂ ਜਿਹੜਾ ਹੈਗਾ 12:30 ਵਜੇ ਤੋਂ ਬਦਲ ਕੇ ਸ਼ਾਮ 8:30 ਵਜੇ ਤੱਕ ਕੀਤਾ ਗਿਆ ਸੀ, ਪਰ ਫਿਰ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ। ਐਤਵਾਰ ਦੇਰ ਸ਼ਾਮ ਵੀ 에ਅਰ ਇੰਡੀਆ ਦੀ ਫਲਾਈਟ ਅਫਗਾਨਿਸਤਾਨ ਤੋਂ ਅਫਗਾਨੀ ਅਤੇ ਭਾਰਤੀ ਯਾਤਰੀਆਂ ਨੂੰ ਲੈ ਕੇ ਨਵੀਂ ਦਿੱਲੀ ਪਹੁੰਚੀ ਸੀ। ਸੋ ਹੁਣ ਭਾਰਤ ਦੇ ਜਿਹੜੇ ਲੋਕ ਨੇ ਉੱਥੇ ਫਸੇ ਹੋਏ ਨੇ, ਅਫਗਾਨਿਸਤਾਨ ਦੇ ਵਿੱਚ ਨੇ, ਇੱਧਰ ਆਉਣਾ ਚਾਹਣਗੇ, ਉਹ ਹੁਣ ਕਿਹੜੇ ਰਾਹ ਆ ਸਕਦੇ ਨੇ ਕੋਈ ਪਤਾ ਨਹੀਂ, ਕਿਉਂਕਿ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਇਕਲੌਤੀ ਫਲਾਈਟ 에ਅਰ ਇੰਡੀਆ ਦੀ ਉਹ ਬੰਦ ਕਰ ਦਿੱਤੀ ਗਈ ਹੈ, ਰੱਦ ਕਰ ਦਿੱਤੀ ਗਈ ਹੈ। ਕਾਬੁਲ 에ਅਰਪੋਰਟ ਤੋਂ ਚਿੰਤਾ ਦੀਆਂ ਖਬਰਾਂ ਆ ਰਹੀਆਂ ਨੇ, ਗੋਲੀਬਾਰੀ ਦੀਆਂ ਖਬਰਾਂ, ਲੋਕਾਂ ਦੀਆਂ ਮੌਤਾਂ ਦੀਆਂ ਖਬਰਾਂ ਆ ਰਹੀਆਂ ਨੇ। ਗੋਲੀਬਾਰੀ ਅਮਰੀਕੀ ਫੌਜੀਆਂ ਨੇ ਕਿਉਂ ਕੀਤੀ ਹੈ ਉਹ ਦੱਸਾਂਗੇ। ਉਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਕਾਬੁਲ ਹਵਾਈ ਅੱਡੇ ਤੇ ਯਾਤਰੀ ਟਰਮੀਨਲ ਤੇ ਸੋਮਵਾਰ ਸਵੇਰੇ ਹੋਈ ਗੋਲੀਬਾਰੀ ਦੀ ਘਟਨਾ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਹੈ। ਕੋਈ ਹਜੇ ਤੱਕ ਪੁਸ਼ਟੀ ਨਹੀਂ ਹੈ ਕਿ ਗੋਲੀਬਾਰੀ ਕੀਤੀ ਕਿਹਨੇ ਹੈ, ਪਰ ਤੱਥਦਰਸ਼ੀਆਂ ਨੇ ਵਾਲ ਸਟਰੀਟ ਜਰਨਲ ਨੂੰ ਦੱਸਿਆ ਹੈ ਕਿ ਜ਼ਮੀਨ ਤੇ ਖੂਨ ਦੇ ਨਾਲ ਲੱਥਪੱਥ ਲਾਸ਼ਾਂ ਉਹਨਾਂ ਨੇ ਦੇਖੀਆਂ ਨੇ। ਹਾਲਾਂਕਿ ਰਿਪੋਰਟ ਦੇ ਵਿੱਚ ਇਹ ਨਹੀਂ ਸਾਫ਼ ਕੀਤਾ ਗਿਆ ਕਿ ਗੋਲੀਆਂ ਕਿਸ ਨੇ ਚਲਾਈਆਂ ਨੇ। ਇਸ ਤੋਂ ਪਹਿਲਾਂ ਕਾਬੁਲ 에ਅਰਪੋਰਟ ਤੋਂ ਇਹ ਵੀ ਖਬਰਾਂ ਆਈਆਂ ਕਿ ਸੋਮਵਾਰ ਸਵੇਰੇ ਅਮਰੀਕੀ ਫੌਜੀਆਂ ਨੇ ਕਾਬੁਲ 에ਅਰਪੋਰਟ ਤੇ ਹਵਾ ਦੇ ਵਿੱਚ ਗੋਲੀਆਂ ਚਲਾਈਆਂ ਨੇ ਤੇ ਫੌਜ ਨੂੰ ਇਹ ਗੋਲੀਆਂ ਇਸ ਕਰਕੇ ਚਲਾਉਣੀਆਂ ਪਈਆਂ ਤਾਂ ਕਿ ਆਮ ਲੋਕਾਂ ਨੂੰ ਹਵਾਈ ਜਹਾਜ਼ ਦੇ ਵਿੱਚ ਚੜ੍ਹਨ ਤੋਂ ਰੋਕਿਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਭੀੜ ਬੇਕਾਬੂ ਹੋ ਗਈ ਸੀ ਤੇ ਇਹ ਫਾਇਰਿੰਗ ਸਿਰਫ ਭੀੜ ਨੂੰ ਤਿੱਤਰ-ਬਿੱਤਰ ਕਰਨ ਦੇ ਲਈ ਕੀਤੀ ਗਈ ਸੀ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਵੀਡੀਓ ਦੇ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣੀ ਗਈ ਹੈ। ਇਸ ਦੇ ਨਾਲ ਹੀ ਲੋਕ ਪੂਰੀ ਬੇਬਸੀ ਦੇ ਨਾਲ ਤੇ ਹਫੜਾ-ਦਫੜੀ ਦੇ ਵਿੱਚ ਜਹਾਜ਼ਾਂ ਦੇ ਨਾਲ-ਨਾਲ ਭੱਜਦੇ ਦਿਖਾਈ ਦੇ ਰਹੇ ਨੇ ਤੇ ਜਹਾਜ਼ ਦੀਆਂ ਪੌੜੀਆਂ ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਨੇ। ਜਹਾਜ਼ ਦੇ ਸ਼ੀਸ਼ਿਆਂ ਦੇ ਵਿੱਚੋਂ ਦੀ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਨੇ। ਪਹਿਲੀ ਵਾਰੀ ਦੇਖਿਆ ਗਿਆ ਕਿ ਜਹਾਜ਼ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਲੋਕ ਨੇ ਜਿਹੜੇ ਉਹ ਚੜ ਰਹੇ ਨੇ। ਤੇ ਕਾਬੁਲ 에ਅਰਪੋਰਟ ਤੇ ਜ਼ਬਰਦਸਤ ਅਫਰਾ ਤਫਰੀ ਵਾਲਾ ਮਾਹੌਲ ਬਣਨ ਤੋਂ ਬਾਅਦ ਅਮਰੀਕੀ ਫੌਜ ਨੇ ਉੱਥੋਂ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ। ਅਮਰੀਕੀ ਫੌਜ ਨੇ ਆਪਣੇ ਅਤੇ ਹੋਰ ਸਹਿਯੋਗੀ ਮੁਲਕਾਂ ਦੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਲਈ 에ਅਰਪੋਰਟ ਪਰਿਸਰ ਅਤੇ 에ਅਰ ਟ੍ਰੈਫਿਕ ਕੰਟਰੋਲ ਨੂੰ ਆਪਣੇ ਹੱਥ ਵਿੱਚ ਲੈ ਲਿਆ। ਸਾਰੀਆਂ ਕਮਰਸ਼ੀਅਲ ਉਡਾਣਾਂ ਨੇ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਸੈਂਕੜੇ ਅਫਗਾਨ ਤੇ ਦੂਸਰੇ ਦੇਸ਼ਾਂ ਦੇ ਨਾਗਰਿਕ ਹੁਣ ਉੱਥੇ ਹੀ ਫਸ ਗਏ ਨੇ। ਉੱਥੋਂ ਆ ਰਹੇ ਵੀਡੀਓਜ਼ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਲੋਕ ਕਿਵੇਂ
에ਅਰਪੋਰਟ ਦੇ ਉੱਤੇ ਬੱਸ ਅੱਡੇ ਵਾਲਾ ਮਾਹੌਲ ਉਹਨਾਂ ਨੇ ਬਣਾਇਆ ਹੋਇਆ। ਬੱਸ ਅੱਡੇ ਦੇ ਵਿੱਚ ਜਿਵੇਂ ਬੱਸਾਂ ਦੇ ਪਿੱਛੇ ਸਵਾਰੀਆਂ ਦੌੜਦੀਆਂ ਹੁੰਦੀਆਂ ਨੇ, ਉਸ ਤਰ੍ਹਾਂ ਹੁਣ ਹਵਾਈ ਅੱਡੇ ਦੇ ਉੱਤੇ ਰਨਵੇ ਦੇ ਉੱਤੇ ਲੋਕ ਭੱਜ ਰਹੇ ਨੇ। ਬਹੁਤ ਹੀ ਖਤਰਨਾਕ ਹੈ ਕਿਉਂਕਿ ਰਨਵੇ ਦੇ ਉੱਤੇ ਜਦੋਂ ਜਹਾਜ਼ ਉਤਰਦਾ ਹੈ ਜਾਂ ਜਹਾਜ਼ ਚੜ੍ਹਦਾ ਹੈ ਤਾਂ ਬਹੁਤ ਹੀ ਵੱਡੇ ਜਿਹੜੇ ਪ੍ਰੈਸ਼ਰ ਦੇ ਨਾਲ ਹਵਾ ਜਿਹੜਾ ਜਹਾਜ਼ ਉਹ ਛੱਡਦਾ ਹੈਗਾ ਅਤੇ ਆਸ-ਪਾਸ ਦੇ ਸਾਰੀਆਂ ਚੀਜ਼ਾਂ ਨੂੰ ਉਡਾ ਕੇ ਰੱਖ ਦਿੰਦਾ ਹੈ ਤੇ ਉੱਥੇ ਲੋਕ ਨੇ ਜਿਹੜੇ ਭੱਜ ਰਹੇ ਨੇ, ਉੱਡਦੇ ਜਹਾਜ਼ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕ। ਇਹ ਬਹੁਤ ਹੀ ਦਰਦਨਾਕ ਤਸਵੀਰਾਂ ਕਹੀਆਂ ਜਾ ਸਕਦੀਆਂ ਨੇ ਕਿ ਲੋਕ ਕਿਸ ਕਦਰ ਡਰ ਗਏ ਨੇ। ਅਮਰੀਕਾ ਨੇ ਕਿਹਾ ਕਿ ਅਸੀਂ ਆਪਣੇ ਸਾਰੇ ਕੌਂਸੂਲੇਟ ਦੇ ਕਰਮਚਾਰੀਆਂ ਨੂੰ ਬਾਹਰ ਕੱਢਣ ਦੇ ਲਈ 에ਅਰਪੋਰਟ ਦੇ ਉੱਤੇ ਬੁਲਾ ਲਿਆ ਤੇ ਆਪਣੇ ਲੋਕਾਂ ਨੂੰ ਉੱਥੋਂ ਕੱਢਣ ਦੇ ਲਈ 6000 ਸੈਨਿਕਾਂ ਨੂੰ, ਫੌਜੀਆਂ ਨੂੰ ਵੀ ਅਫਗਾਨਿਸਤਾਨ ਭੇਜ ਦਿੱਤਾ ਹੈ। ਤੇ ਹੁਣ ਤਾਲਿਬਾਨ ਦੀ ਗੱਲ ਕਰ ਲਈਏ ਤਾਂ ਤਾਲਿਬਾਨ ਨੇ ਸੋਮਵਾਰ ਨੂੰ ਬਿਆਨ ਜਾਰੀ ਕਰਕੇ ਦੱਸਿਆ ਕਿ ਕੰਧਾਰ 에ਅਰਪੋਰਟ ਤੇ ਡੇਰਾ ਜਮਾ ਕੇ ਬੈਠੇ ਅਫਗਾਨੀ ਫੌਜ ਦੇ ਇੱਕ ਵਿਸ਼ੇਸ਼ ਦਸਤੇ ਦੇ ਹਜ਼ਾਰਾਂ ਫੌਜੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ ਤਾਲਿਬਾਨ ਦੇ ਮੂਹਰੇ। ਤਾਲਿਬਾਨੀ ਲੜਾਕਿਆਂ ਨੇ ਪਿਛਲੇ 3 ਦਿਨਾਂ ਤੋਂ ਇਸ ਟੁਕੜੀ ਨੂੰ ਘੇਰਿਆ ਹੋਇਆ ਸੀ। ਕਾਬਲ ਦੇ ਦੱਖਣ ਵਿੱਚ ਸਥਿਤ ਕੰਧਾਰ ਸ਼ਹਿਰ ਦੇ ਬਗਰਾਮ ਕੰਧਾਰ ਸ਼ਹਿਰ ਦੇ ਵਿੱਚ ਬਗਰਾਮ 에ਅਰਬੇਸ ਵੀ ਹੈ ਜੋ ਕਿ ਅਮਰੀਕੀ ਅਗਵਾਈ ਵਾਲੇ ਗੱਠਜੋੜ ਦਸਤੇ ਦੀ ਮੁਹਿੰਮ ਦਾ ਕੇਂਦਰ ਰਿਹਾ ਹੈ। ਯਾਨੀ ਕਿ ਅਮਰੀਕੀ ਫੌਜਾਂ ਜਦੋਂ ਰਹਿੰਦੀਆਂ ਸੀ ਤਾਂ ਇੱਥੇ ਉਹਨਾਂ ਦਾ ਬੇਸ ਹੁੰਦਾ ਸੀ, ਉੱਥੇ ਵੀ ਹੁਣ ਤਾਲਿਬਾਨ ਨੇ ਕਬਜ਼ਾ ਕਰ ਲਿਆ। ਤੇ ਹੁਣ ਤਾਲਿਬਾਨ ਨੇ ਇੱਕ ਤਾਜ਼ਾ ਵੀਡੀਓ ਜਾਰੀ ਕੀਤਾ ਹੈ ਕਿ ਹੁਣ ਸਾਨੂੰ ਕੁਝ ਕਰਕੇ ਦਿਖਾਉਣ ਦਾ ਦਿਖਾਉਣ ਦੀ ਲੋੜ ਹੈ। ਹੁਣ ਸਮਾਂ ਆ ਗਿਆ, ਸਾਨੂੰ ਕੁਝ ਕਰਕੇ ਦਿਖਾਉਣਾ ਪਵੇਗਾ। ਅਸੀਂ ਲੋਕਾਂ ਦੀ ਇੱਥੇ ਜ਼ਿੰਦਗੀ ਬਿਹਤਰ ਬਣਾ ਦੇਵਾਂਗੇ। ਇਸ ਵੀਡੀਓ ਦੇ ਵਿੱਚ ਤਾਲਿਬਾਨ ਦੇ ਲੀਡਰ ਨੇ ਕਿਹਾ ਕਿ ਅਸੀਂ ਅਫਗਾਨਿਸਤਾਨ ਦੇ ਲੋਕਾਂ ਦੇ ਲਈ ਕੁਝ ਕਰਨ ਅਤੇ ਉਹਨਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ ਆਪਣੀ ਜ਼ਿੰਦਗੀ ਲਾ ਦੇਵਾਂਗੇ। ਤਾਲਿਬਾਨ ਦੇ ਦੂਸਰੇ ਲੜਾਕਿਆਂ ਦੇ ਨਾਲ ਬੈਠੇ ਮੁੱਲਾ ਬਰਾਦਰ ਅਖੁੰਦ ਨੇ ਇਸ ਵੀਡੀਓ ਦੇ ਵਿੱਚ ਕਿਹਾ ਕਿ ਹੁਣ ਸਾਨੂੰ ਕੁਝ ਕਰਨਾ ਹੀ ਪਵੇਗਾ। ਅਸੀਂ ਦੇਸ਼ ਦੇ ਵਿੱਚ ਸ਼ਾਂਤੀ ਲੈ ਕੇ ਆਵਾਂਗੇ। ਅਸੀਂ ਲੋਕਾਂ ਦੀ ਜ਼ਿੰਦਗੀ ਨੂੰ ਚੰਗਾ ਬਣਾਉਣ ਦੇ ਲਈ ਜਿੱਥੋਂ ਤੱਕ ਹੋ ਸਕਿਆ ਪੂਰੀ ਕੋਸ਼ਿਸ਼ ਕਰਾਂਗੇ। ਅਸੀਂ ਜਿਸ ਤਰ੍ਹਾਂ ਇੱਥੋਂ ਤੱਕ ਪਹੁੰਚੇ ਹਾਂ, ਸਾਨੂੰ ਉਮੀਦ ਨਹੀਂ ਸੀ ਕਿ ਅਸੀਂ ਇੱਥੋਂ ਤੱਕ ਪਹੁੰਚਾਂਗੇ। ਜਿਸ ਮੁਕਾਮ ਤੇ ਅਸੀਂ ਹੁਣ ਬੈਠੇ ਹਾਂ, ਅਸੀਂ ਕਦੇ ਸੋਚਿਆ ਨਹੀਂ ਸੀ। ਤਾਲਿਬਾਨ ਦੇ ਇੱਕ ਹੋਰ ਅਧਿਕਾਰੀ ਨੇ ਦਾਅਵਾ ਕੀਤਾ ਕਿ ਦੇਸ਼ ਦੇ ਵਿੱਚ ਹਾਲਾਤ ਬਿਲਕੁਲ ਸ਼ਾਂਤੀਪੂਰਵਕ ਨੇ ਤੇ ਕੋਈ ਵੀ ਸੰਘਰਸ਼ ਇੱਥੇ ਨਹੀਂ ਹੋ ਰਿਹਾ, ਯਾਨੀ ਕਿ ਸਾਡੇ ਨਾਲ ਕੋਈ ਵੀ ਲੜ ਭਿੜ ਨਹੀਂ ਰਿਹਾ ਹੈ। ਰਾਇਟਰਸ ਖਬਰ ਏਜੰਸੀ ਨੇ ਕਿਹਾ ਕਿ ਜੋ ਰਿਪੋਰਟ ਹੈ ਜਿਹੜੀ ਮਿਲ ਰਹੀ ਹੈ ਉਸ ਹਿਸਾਬ ਨਾਲ ਹਾਲਾਤ ਸ਼ਾਂਤੀਪੂਰਨ ਨੇ। ਰਾਇਟਰਸ ਨੂੰ ਇਹ ਜਾਣਕਾਰੀ ਤਾਲਿਬਾਨੀ ਲੜਾਕੇ ਨੇ ਦਿੱਤੀ ਹੈ। ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਹਮਲੇ ਦੌਰਾਨ ਗੁਰਦੁਆਰੇ ਵਿੱਚ ਫਸੇ 200 ਸਿੱਖਾਂ ਨੂੰ ਬਚਾਉਣ ਦੀ ਅਪੀਲ ਕੀਤੀ ਹੈ। ਕੈਪਟਨ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਚਾਉਣ ਦਾ ਹਰ ਸੰਭਵ ਯਤਨ ਕਰੇਗੀ। ਮੁੱਖ ਮੰਤਰੀ ਪਹਿਲਾਂ ਹੀ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਕਬਜ਼ੇ ਤੇ ਚਿੰਤਾ ਪ੍ਰਗਟ ਕਰ ਚੁੱਕੇ ਨੇ। ਸੋ ਕੈਪਟਨ ਨੇ ਕਿਹਾ ਹੈ ਭਾਰਤ ਸਰਕਾਰ ਨੂੰ ਕਿ ਤੁਸੀਂ ਉੱਥੇ ਫਸੇ ਹੋਏ 200 ਸਿੱਖਾਂ ਨੂੰ ਇੱਧਰ ਲੈ ਕੇ ਆਓ। ਜੋ ਵੀ ਸਾਡੀ ਮਦਦ ਚਾਹੀਦੀ ਹੋਏਗੀ ਉਹ ਅਸੀਂ ਕਰਾਂਗੇ। ਇਸ ਦੇ ਨਾਲ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ 1-2 ਦਿਨ ਪਹਿਲਾਂ ਇਹ ਬਿਆਨ ਜਾਰੀ ਕੀਤਾ ਸੀ। ਅਪੀਲ ਕੀਤੀ ਸੀ ਭਾਰਤ ਸਰਕਾਰ ਨੂੰ ਕਿ ਅਫਗਾਨੀ ਸਿੱਖਾਂ ਨੂੰ ਇੱਧਰ ਲੈ ਕੇ ਆਓ। ਉਹਨਾਂ ਦੇ ਰਹਿਣ ਸਹਿਣ ਦਾ, ਪਾਲਣ ਪੋਸ਼ਣ ਦਾ ਸਾਰਾ ਖਰਚਾ ਐਸਜੀਪੀਸੀ ਕਰੇਗੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਨੂੰ ਖਬਰਦਾਰ ਵੀ ਕੀਤਾ। ਟਵੀਟ ਕਰਕੇ ਕਿਹਾ ਕਿ ਅਫਗਾਨਿਸਤਾਨ ਦਾ ਤਾਲਿਬਾਨ ਦੇ ਹੱਥਾਂ ਵਿੱਚ ਜਾਣਾ ਸਾਡੇ ਮੁਲਕ ਦੇ ਲਈ ਚੰਗਾ ਸੰਕੇਤ ਨਹੀਂ ਹੈ। ਇਹ ਭਾਰਤ ਖਿਲਾਫ ਚੀਨ ਪਾਕਿਸਤਾਨ ਗੱਠਜੋੜ ਨੂੰ ਮਜ਼ਬੂਤ ਕਰੇਗਾ। ਇਹ ਚੰਗੇ ਸੰਕੇਤ ਨਹੀਂ ਤੇ ਸਾਨੂੰ ਆਪਣੀਆਂ ਸਾਰੀਆਂ ਸਰਹੱਦਾਂ ਦੇ ਉੱਤੇ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਇਹ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੌਜੀ ਤਜਰਬੇ ਦੇ ਵਿੱਚੋਂ ਮੋਦੀ ਸਰਕਾਰ ਨੂੰ ਚੌਕਸ ਕੀਤਾ ਹੈ। ਤੇ ਕਾਬੁਲ ਦੇ ਵਿੱਚ ਹੁਣ ਅਮਰੀਕੀ ਦੂਤਾਵਾਸ ਦਾ ਝੰਡਾ ਝੁਕਾ ਦਿੱਤਾ ਗਿਆ। ਦੂਤਾਵਾਸ ਦੇ ਕਰਮਚਾਰੀਆਂ ਨੂੰ ਦੇਸ਼ ਦੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਬਹੁਤ ਸਾਰੇ ਲੋਕ ਮੁਲਕ ਦੀਆਂ ਔਰਤਾਂ ਤੇ ਬੱਚੀਆਂ ਦੀ ਸੁਰੱਖਿਆ ਬਾਰੇ ਵੀ ਚਿੰਤਾ ਜ਼ਾਹਿਰ ਕਰ ਰਹੇ ਨੇ। ਹਾਲਾਂਕਿ ਤਾਲਿਬਾਨ ਦੇ ਬੁਲਾਰੇ ਨੇ BBC ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਦਾਅਵਾ ਕੀਤਾ ਹੈ ਕਿ ਜਦੋਂ ਹੁਣ ਸਾਡਾ ਰਾਜ ਹੈ ਜਿਹੜਾ ਉਹ ਆ ਚੁੱਕਿਆ ਤੇ ਸਰਕਾਰ ਦੇ ਜਿਹੜੇ ਨਿਯਮ ਹੋਣਗੇ ਉਹਨਾਂ ਦੇ ਮੁਤਾਬਿਕ ਅਫਗਾਨਿਸਤਾਨ ਦੇ ਵਿੱਚ ਔਰਤਾਂ ਦੀ ਜਿਹੜੀ ਨੌਕਰੀ ਹੈ ਤੇ ਔਰਤਾਂ ਦੀ ਸਿੱਖਿਆ ਉਸੇ ਤਰ੍ਹਾਂ ਚੱਲਦੀ ਰਹੇਗੀ, ਉਸ ਨੂੰ ਰੋਕਿਆ ਨਹੀਂ ਜਾਏਗਾ। ਹਾਲਾਂਕਿ ਜੇ ਪਿਛਲੇ ਦੌਰ ਦੀ ਗੱਲ ਕਰ ਲਈਏ, ਜਦੋਂ 2001 ਤੋਂ ਪਹਿਲਾਂ ਤਾਲਿਬਾਨ ਸਰਕਾਰ ਦੇ ਵਿੱਚ ਹੁੰਦਾ ਸੀ, ਸੱਤਾ ਦੇ ਵਿੱਚ ਹੁੰਦਾ ਸੀ, ਉਦੋਂ ਬੀਬੀਆਂ ਦੇ ਉੱਤੇ ਪੂਰਨ ਪਾਬੰਦੀ ਸੀ। ਕਿਸੇ ਵੀ ਘਰ ਦੇ ਬੰਦੇ ਤੋਂ ਬਿਨਾਂ, ਪੁਰਸ਼ ਤੋਂ ਬਿਨਾਂ ਔਰਤਾਂ ਨੇ ਜਿਹੜੀਆਂ ਘਰ ਤੋਂ ਬਾਹਰ ਨਹੀਂ ਨਿਕਲ ਸਕਦੀਆਂ ਸੀ। ਉਹਨਾਂ ਨੂੰ ਘਰਾਂ ਦੇ ਵਿੱਚ ਕੈਦ ਹੋ ਕੇ ਹੀ ਰਹਿਣਾ ਪੈਂਦਾ ਸੀ।
ਤੇ ਕਾਬਲ ਦੇ ਹਵਾਈ ਟ੍ਰੈਫਿਕ ਤੇ ਅਮਰੀਕੀ ਮਿਲਟਰੀ ਨੇ ਆਪਣਾ ਕੰਟਰੋਲ ਸਥਾਪਿਤ ਕਰਨ ਤੋਂ ਬਾਅਦ ਹੁਣ ਬਿਆਨ ਜਾਰੀ ਕੀਤਾ ਹੈ ਕਿ ਅਮਰੀਕਾ ਹਜ਼ਾਰਾਂ ਯੋਗ ਅਫਗਾਨ ਲੋਕਾਂ ਨੂੰ ਸਪੈਸ਼ਲ ਵੀਜ਼ੇ ਦੇ ਕੇ ਦੇਸ਼ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੇਗਾ। ਪਿਛਲੇ 2 ਹਫ਼ਤਿਆਂ ਵਿੱਚ ਅਮਰੀਕਾ ਵਿੱਚ ਅਜਿਹੇ 2000 ਲੋਕ ਪਹਿਲਾਂ ਹੀ ਪਹੁੰਚ ਚੁੱਕੇ ਨੇ। ਇਸੇ ਤਰ੍ਹਾਂ ਕੈਨੇਡਾ ਨੇ ਵੀ ਆਪਣੇ ਦਰਵਾਜ਼ੇ ਨੇ ਜਿਹੜੇ ਉਹ ਸ਼ਰਨਾਰਥੀਆਂ ਦੇ ਲਈ ਖੋਲ ਦਿੱਤੇ ਨੇ। इस पूरे घटनाक्रम के दौरान पूरी दुनिया जिहड़ी ओह की कह रही है, पूरी दुनिया के जिहड़े वड्डे लीडर ने उन्हां दी गल करांगे। यूके के प्रधानमंत्री बोरिस जॉनसन ने कहा कि पश्चिमी मुल्कां नूं मिल के अफगानिस्तान की स्थिति उपर सानूं काम करना चाहिए। अमरीका के राष्ट्रपति डोनाल्ड ट्रंप ने अमरीकी राष्ट्रपति जो बाइडन की आलोचना करते हुए अस्तीफे की मंग की है। यूक्रेन के विदेश मंत्री ने कहा कि यूक्रेन की उड़ान राही अफगानिस्तान तो यूक्रेन, नीदरलैंड, क्रोएशिया, बेलारूस और अफगानिस्तान के नागरिकों को सुरक्षित बाहर कढ़ लिया गया। इस दरम्यान 60 तो भी वध मुल्कां ने तालिबान नूं सांझी अपील की है। अमरीका, यूके ते आस्ट्रेलिया समेत 60 तो वध मुल्कां ने कहा कि जो अफगान अंतरराष्ट्रीय नागरिक अफगानिस्तान छड्डना चाहुंदे ने उन्हां नूं जाण दित्ता जावे। यानी कि इन्हां ने 60 मुल्कां ने तालिबान नूं सुनेहा भेजिआ कि चाहे वो अफगानी होण जां फिर अंतरराष्ट्रीय नागरिक होण, जे ਉਹ मुल्क छड्डना चाहुंदे ने तां उन्हां नूं छड्डण दित्ता जावे। ਇਹਦੇ ਵਿੱਚ ਕਿਹਾ ਗਿਆ ਕਿ ਅਫਗਾਨਿਸਤਾਨ ਦੇ ਵਿੱਚ ਜਿਨ੍ਹਾਂ ਕੋਲ ਤਾਕਤ ਅਤੇ ਅਧਿਕਾਰ ਨੇ ਉਹਨਾਂ ਉੱਪਰ ਇਨਸਾਨੀ ਜ਼ਿੰਦਗੀਆਂ ਦੀ ਸੁਰੱਖਿਆ ਦੀ ਵੀ ਜ਼ਿੰਮੇਵਾਰੀ ਹੈ। अफगान लोग सुरक्षित ते इज्जत नाल रहण दे हकदार ने। जे चीन की गल कर लईए तो चीन ने तालिबान के कब्जे तो एक दिन बाद ही तालिबान के मूहरे गोडे टेक दिते ने। तालिबान के नाल कहंदे असीं दोस्ताना रिश्ते बनाउणा चाहुंदे हां। इहनूं गोडे टेकना भी कहा जा सकदा है जां अपनी मजबूती, अपनी ताकत वधाउणा भी कहा जा सकदा है, क्योंकि इस वक्त भारत, अमरीका समेत कई होर कैनेडा वर्गे मुल्कां दे नाल चीन के माहौल चीन के संबंध ने जिहड़े ठीक नहीं चल रहे। इत्थों तक कि बरतानिया के नाल भी तनाव वाले माहौल ने। ते इस दरम्यान पाकिस्तान दे नाल बड़ी नेड़ता चीन की देखी जा रही है। ते पाकिस्तान ते अफगानिस्तान दे नाल दोस्ती करके चीन है जिहड़ा ओह भारत नूं नुकसान पहुंचा सकदा है, यही कैप्टन साहब ने कहा है। सो AFP खबर एजेंसी के मुताबिक चीन के विदेश मंत्रालय के बुलारे हुआ चुनियंग ने कहा कि अफगान लोग अपनी किस्मत का फैसला खुद करन। चीन उन्होंने इस हक की इजाजत दिंदा है ते इसकी इज्जत करता है। चीन अफगानिस्तान के नाल दोस्ताना ते सहयोगात्मक रिश्ते विकसित करन दी दिशा वाल अगे वधना चाहुंदा है। इस तो पहला चीन ने यह संकेत भी दे दिते सी कि चीन अफगानिस्तान दे विच अपने कॉन्सुलेट खोलेगा, यानी कि अपने दूतावास खोलेगा। चीन ने अफगानिस्तान दे विच रह रहे अपने नागरिकों को भी ये संदेश भेजा है कि वह घर के अंदर रहन ते हालातों तो पूरे सुचेत रहन। तालिबान के जिहड़े प्रतिनिधि हैगे ने लंघी जुलाई दे विच चीन गए सी, जिथे उन्हां दी मुलाकात विदेश मंत्री वांग यी दे नाल होई सी। उस समय इस बैठक नूं भी सियासी ताकत के रूप विच तालिबान की कौमांतरी मानता के रूप विच देखिया गया सी। तालिबान की बढ़त दे नाल पाकिस्तान दे विच हलचल देखी जा रही है। विदेश मंत्री शाह महमूद कुरैशी ने अफगान लीडरां दे एक वफद दे नाल मुलाकात की है। उन्होंने ट्वीट किया है कि अज मुहम्मद यूनुस कानूनी की अगवाई विच अफगान लीडरां दे एक सियासी वफद दे नाल एक बहुत महत्वपूर्ण समय दे विच मुलाकात हुई। इन्हां सारे लीडरां दी अफगानिस्तान दे विच भविख विच बड़ी वड्डी ते इंपॉर्टेंट भूमिका होवेगी। शाह महमूद कुरैशी ने इस ट्वीट दे विच पाकिस्तान का रुख भी साफ किया, कहा कि पाकिस्तान का इस मसले ते रुख बिल्कुल साफ है। असीं मनदे हां कि गलबात नाल सियासी समझौता ही अगे दा राह है। असीं अफगानिस्तान दे विच लगातार घरेलू युद्ध नहीं देख सकते। असीं अफगान लोकां नूं केवल जीवित नहीं बल्कि वाधे फुलदे देखना चाहुंदे हां। उन्हां नाल ही कहा कि काबुल विच पाकिस्तान का दूतावास पूरी तरह दे नाल काम कर रहा है। पाकिस्तान दे नाल चाइना, रूस और तुर्की ने भी कहा है कि असीं अफगानिस्तान दे विच अपने दूतावास ना ही तां बंद कीते ने ते ना ही बंद करांगे। इस दरम्यान खबर यह भी आ रही है कि तालिबान ने काबुल दे विच हुण जिहड़े उत्थों दे रहण वाले लोग ने उन्हां तों हथियार इकट्ठे करने शुरू कर दिते ने। तालिबानी अधिकारियों का कहना है कि लोग बहुत ही चंगे तरीके दे नाल सुरक्षित ने, इस करके उन्हां नूं निजी हथियार रखण दी लोड़ नहीं है। तालिबान ने यह भी कहा है कि सानूं पता है कि अपनी सुरक्षा दे लई, पर्सनल सिक्योरिटी दे लई लोग अपने नाल हथियार रखते हैं, पर हुण साडे राज दे विच उन्हां नूं डरन दी बिल्कुल लोड़ नहीं है, क्योंकि बिल्कुल पूरी तरह दे नाल सुरक्षित ने। इस दरम्यान तालिबान दे विच औरतां अते बच्चियां ने जिहड़ियां उन्हां दी आज़ादी नूं लैके भी पूरी दुनिया दे विच चर्चा हो रही है कि आखिरकार औरतां दे लई हुण किहो जिहे कानून होणगे।
ਸੋ ਇਹਨਾਂ ਸਾਰੀਆਂ ਖਬਰਾਂ ਦੇ ਦਰਮਿਆਨ ਹਰ ਇੱਕ ਦੇ ਮਨ ਦੇ ਵਿੱਚ ਇਹੀ ਸਵਾਲ ਉੱਠਦਾ ਹੋਏਗਾ ਕਿ ਤਾਲਿਬਾਨ ਕੌਣ ਨੇ? ਕਿ ਉਹ ਅੱਤਵਾਦੀਆਂ ਦਾ ਹੀ ਗਰੁੱਪ ਹੈ? ਜੇ ਉਹ ਅੱਤਵਾਦੀ ਨੇ ਤਾਂ ਉਹ ਸਰਕਾਰ ਕਿਵੇਂ ਚਲਾਉਣਗੇ? ਅਫਗਾਨਿਸਤਾਨ ਦੇ ਵਿੱਚ ਉਹ ਲੋਕ ਕਿਹੋ ਜਿਹਾ ਮਾਹੌਲ ਪੈਦਾ ਕਰ ਦੇਣਗੇ? ਕਿਉਂਕਿ ਅੱਤਵਾਦੀਆਂ ਦੀ ਜਿਹੜੀ ਇੱਕ ਛਵੀ ਦੁਨੀਆ ਦੇ ਵਿੱਚ ਬਣੀ ਹੋਈ ਹੈ ਉਹ ਬਹੁਤ ਹੀ ਖਤਰਨਾਕ ਹੈ। ਸੋ ਤਾਲਿਬਾਨ ਦਾ ਮਤਲਬ ਕੀ ਹੈ ਉਹ ਆਪਾਂ ਜਾਣ ਲੈਂਦੇ ਹਾਂ। ਸਭ ਤੋਂ ਪਹਿਲਾਂ ਤਾਲਿਬਾਨ ਦਾ ਪਸ਼ਤੋ ਭਾਸ਼ਾ ਦੇ ਵਿੱਚ ਅਰਥ ਹੈ ਵਿਦਿਆਰਥੀ। ਇਹ ਗਰੁੱਪ 1990 ਦੇ ਦਹਾਕੇ ਦੀ ਸ਼ੁਰੂਆਤ ਦੇ ਵਿੱਚ ਜਦੋਂ ਅਫਗਾਨਿਸਤਾਨ ਤੋਂ ਸੋਵੀਅਤ ਫੌਜਾਂ ਦੀ ਵਾਪਸੀ ਹੋਈ ਸੀ, ਉਸ ਤੋਂ ਬਾਅਦ ਉੱਤਰੀ ਪਾਕਿਸਤਾਨ ਦੇ ਵਿੱਚ ਤਾਲਿਬਾਨ ਉੱਭਰਿਆ ਸੀ। ਵਿਦਿਆਰਥੀਆਂ ਦੀ ਇੱਕ ਜਥੇਬੰਦੀ ਹੈ ਜਿਹੜੀ ਉਹ ਉੱਭਰੀ ਸੀ। ਮੰਨਿਆ ਜਾਂਦਾ ਕਿ ਪਸ਼ਤੂਨ ਅੰਦੋਲਨ ਮੁੱਖ ਤੌਰ ਤੇ ਪਹਿਲਾਂ ਧਾਰਮਿਕ ਮਦਰਸਿਆਂ ਦੇ ਵਿੱਚ ਦਿਖਾਈ ਦਿੱਤਾ। ਮਦਰਸੇ ਖਾਸ ਤੌਰ ਤੇ ਮੁਸਲਿਮ ਭਾਈਚਾਰੇ ਦੇ ਵੱਲੋਂ ਬਣਾਏ ਜਾਂਦੇ ਨੇ, ਜਿੱਥੇ ਵਿਦਿਆਰਥੀਆਂ ਨੂੰ ਪੜ੍ਹਾਈ ਕਰਾਈ ਜਾਂਦੀ ਹੈ, ਧਰਮ ਦੀ ਪੜ੍ਹਾਈ, ਤੇ ਜੋ ਕਿ ਜ਼ਿਆਦਾਤਰ ਸਾਊਦੀ ਅਰਬ ਤੋਂ ਆਏ ਪੈਸੇ ਦੇ ਨਾਲ ਚੱਲਦਾ ਸੀ। ਧਾਰਮਿਕ ਮਦਰਸਿਆਂ ਦੇ ਵਿੱਚ ਇਹ ਸਾਊਦੀ ਅਰਬ ਤੋਂ ਆਏ ਫੰਡ ਦੇ ਨਾਲ ਚੱਲਦਾ ਸੀ ਤੇ ਸੁੰਨੀ ਇਸਲਾਮ ਦੇ ਕੱਟੜ ਰੂਪ ਦਾ ਪ੍ਰਚਾਰ ਕਰਦਾ ਸੀ। ਇਹ ਤੁਹਾਨੂੰ ਸਭ ਨੂੰ ਪਤਾ ਹੋਣਾ ਕਿ ਸੁੰਨੀ ਤੇ ਸ਼ੀਆ ਮੁਸਲਮਾਨਾਂ ਦੇ ਵਿੱਚ ਦੋ ਵਰਗ ਨੇ ਜਿਹੜੇ ਵੰਡੇ ਗਏ ਨੇ। ਜਿਵੇਂ ਈਸਾਈ ਭਾਈਚਾਰੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ, ਉਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਵੀ ਹੈ ਸੁੰਨੀ ਤੇ ਸ਼ੀਆ। ਤਾਲਿਬਾਨ ਦਾ ਵਾਅਦਾ ਸੀ ਕਿ ਇੱਕ ਵਾਰੀ ਜੇ ਅਸੀਂ ਸੱਤਾ ਦੇ ਵਿੱਚ ਆ ਗਏ, ਜੇ ਰਾਜ ਸਾਡੇ ਹੱਥ ਵਿੱਚ ਆ ਗਿਆ, ਉਸ ਤੋਂ ਬਾਅਦ ਅਸੀਂ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਪਸ਼ਤੂਨ ਇਲਾਕਿਆਂ ਦੇ ਵਿੱਚ ਸ਼ਾਂਤੀ ਤੇ ਸੁਰੱਖਿਆ ਨੂੰ ਬਹਾਲ ਕਰਾਂਗੇ ਅਤੇ ਸਿੱਧਾ ਸਾਦਾ ਸ਼ਰੀਆ ਕਾਨੂੰਨ ਲਾਗੂ ਕਰਾਂਗੇ, ਜਿਸ ਨੂੰ ਇਸਲਾਮਿਕ ਕਾਨੂੰਨ ਵੀ ਕਿਹਾ ਜਾਂਦਾ ਹੈ। ਤਾਲਿਬਾਨ ਨੇ ਤੇਜ਼ੀ ਨਾਲ ਅਫਗਾਨਿਸਤਾਨ ਦੇ ਦੱਖਣ ਪੱਛਮੀ ਇਲਾਕੇ ਦੇ ਵਿੱਚ ਆਪਣੇ ਪ੍ਰਭਾਵ ਨੂੰ ਵਧਾਇਆ ਅਤੇ 2001 ਦੇ ਵਿੱਚ ਜਦੋਂ ਅਮਰੀਕਾ ਨੇ ਉੱਥੋਂ ਆਜ਼ਾਦੀ ਦਿਵਾਈ, ਉਸ ਤੋਂ ਪਹਿਲਾਂ ਤਾਲਿਬਾਨ ਦਾ ਸਰਕਾਰ ਦੇ ਵਿੱਚ ਰਾਜ ਚੱਲਦਾ ਸੀ, ਯਾਨੀ ਕਿ ਤਾਲਿਬਾਨ ਦੀ ਵੀ ਅੱਧੀ ਸਰਕਾਰ ਸੀਗੀ। ਤੇ ਹੁਣ ਤਾਂ ਪੂਰੇ ਅਫਗਾਨਿਸਤਾਨ ਦੇ ਉੱਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ। ਸ਼ਰੀਆ ਕਾਨੂੰਨ ਦਾ ਤੁਹਾਨੂੰ ਸ਼ਾਇਦ ਇਤਿਹਾਸ ਜੇ ਪੜ੍ਹਿਆ ਹੋਵੇਗਾ ਤਾਂ ਤੁਹਾਨੂੰ ਕੁਛ ਨਾ ਕੁਛ ਯਾਦ ਜ਼ਰੂਰ ਆਉਂਦਾ ਹੋਵੇਗਾ ਜ਼ਿਹਨ ਦੇ ਵਿੱਚ। ਜਦੋਂ ਅਫਗਾਨਿਸਤਾਨ ਤੋਂ ਕਾਬੁਲ ਕੰਧਾਰ ਤੋਂ ਜਿਹੜੇ ਅਬਦਾਲੀ ਵਰਗੇ ਹਾਕਮ ਆਉਂਦੇ ਹੁੰਦੇ ਸੀ, ਧਾੜਵੀ ਆਉਂਦੇ ਹੁੰਦੇ ਸੀ ਭਾਰਤ ਦੇ ਵਿੱਚ, ਭਾਰਤ ਨੂੰ ਲੁੱਟਣ ਦੇ ਲਈ, ਭਾਰਤ ਨੂੰ ਬਰਬਾਦ ਕਰਨ ਦੇ ਲਈ ਆਉਂਦੇ ਹੁੰਦੇ ਸੀ, ਤਾਂ ਉਦੋਂ ਉਹਨਾਂ ਦਾ ਰਾਜ, ਮੁਗਲ ਬਾਦਸ਼ਾਹਾਂ ਦਾ ਰਾਜ ਵੀ ਇੱਥੇ ਸਥਾਪਿਤ ਹੋਇਆ ਸੀ। ਤਾਂ ਉਦੋਂ ਸ਼ਰੀਆ ਕਾਨੂੰਨ ਦੇ ਮੁਤਾਬਿਕ ਇੱਥੇ ਵੀ ਸਜ਼ਾਵਾਂ ਦਿੰਦੇ ਹੁੰਦੇ ਸੀ। ਤੇ ਜੇ ਇਹ ਸ਼ਰੀਆ ਕਾਨੂੰਨ ਲਾਗੂ ਕਰਨਗੇ, ਇਸਲਾਮਿਕ ਕਾਨੂੰਨ ਲਾਗੂ ਕਰਨਗੇ, ਤਾਂ ਸਜ਼ਾਵਾਂ ਦਾ ਜਿਹੜਾ ਰੂਪ ਹੁੰਦਾ ਉਹ ਬਹੁਤ ਹੀ ਖਤਰਨਾਕ ਹੁੰਦਾ ਹੈ, ਜਿਨ੍ਹਾਂ ਦੇ ਵਿੱਚ ਲੋਕਾਂ ਦੇ ਅੰਗ ਵੱਢ ਦਿੱਤੇ ਜਾਂਦੇ ਨੇ, ਜਨਤਕ ਤੌਰ ਤੇ ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਤੇ ਇੱਕ ਬੜਾ ਮਸ਼ਹੂਰ ਹੈ, ਇਹਨਾਂ ਦੇ ਵਿੱਚ ਪੱਥਰ ਮਾਰ-ਮਾਰ ਕੇ ਮਾਰਿਆ ਜਾਂਦਾ ਹੈ। ਸੋ ਇਸ ਤਰ੍ਹਾਂ ਦੀਆਂ ਸਜ਼ਾਵਾਂ ਨੇ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ ਤੇ ਇਹ ਪੂਰਨ ਤੌਰ ਤੇ ਇਸਲਾਮਿਕ ਕਾਨੂੰਨ ਨੂੰ ਸਮਰਪਿਤ ਹੁੰਦੇ ਨੇ ਤੇ ਆਪਣੇ ਰਾਜ ਦੇ ਵਿੱਚ ਉਸੇ ਧਰਮ ਦੇ ਕਾਨੂੰਨ ਨੂੰ ਲਾਗੂ ਕਰਦੇ ਨੇ। ਤੇ ਉਸੇ ਕਾਨੂੰਨ ਦੇ ਵਿੱਚ ਬੀਬੀਆਂ ਦੇ ਲਈ ਬਹੁਤ ਹੀ ਜਿਹੜੇ ਖਤਰਨਾਕ ਜਾਂ ਆਪਾਂ ਕਹਿ ਰਹੀਏ ਕਿ ਉਹਨਾਂ ਦੀ ਆਜ਼ਾਦੀ ਨੂੰ ਦਬਾਉਣ ਵਾਲੇ ਕਾਨੂੰਨ ਨੇ ਜਿਹੜੇ ਉਹ ਬਣੇ ਹੋਏ ਨੇ। ਪਿਛਲੇ ਰਾਜ ਦੇ ਵਿੱਚ ਇਹਨਾਂ ਨੇ ਲਾਗੂ ਵੀ ਕੀਤੇ ਸੀ। ਅਦਰਵਾਈਜ਼ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਮਕਬੂਲੀਅਤ ਵੀ ਤਾਲਿਬਾਨ ਦੀ ਹੋਈ ਸੀ ਕਿ ਇਹਨਾਂ ਨੇ ਭ੍ਰਿਸ਼ਟਾਚਾਰ ਨੂੰ ਪੂਰਾ ਖਤਮ ਕਰ ਦਿੱਤਾ ਸੀ ਤੇ ਹੋਰ ਵੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਸੁਧਾਰ ਕੀਤਾ ਸੀ। ਸੋ ਹੁਣ ਇੱਥੇ ਅਫਗਾਨਿਸਤਾਨ ਦੇ ਵਿੱਚ ਰਾਸ਼ਟਰਪਤੀ ਕੌਣ ਬਣੇਗਾ, ਰਾਜਾ ਕੌਣ ਬਣੇਗਾ? 3 ਨਾਮ ਨੇ, ਮੁੱਲਾ ਅਬਦੁਲ ਗਨੀ ਬਰਾਦਰ, ਹਿਬਤੁੱਲਾ ਅਖੁੰਦਜ਼ਾਦਾ ਤੇ ਸਿਰਾਜੁਦੀਨ ਹੱਕਾਨੀ। ਇਹ 3 ਜਿਹੜੇ ਮੁੱਖ ਲੜਾਕੇ ਹੈਗੇ ਨੇ, ਤਾਲਿਬਾਨ ਲੜਾਕੇ ਨੇ, ਜਿਹੜੇ ਸੱਤਾ ਦੇ ਵਿੱਚ ਵੱਡੇ ਅਹੁਦੇ ਨੇ ਜਿਹੜੇ ਹਾਸਲ ਕਰਨਗੇ। ਪਰ ਇਹਨਾਂ ਤਿੰਨਾਂ ਦੇ ਵਿੱਚੋਂ ਕਿਸ ਨੂੰ ਰਾਜ ਮਿਲੇਗਾ, ਕਿਸ ਨੂੰ ਰਾਸ਼ਟਰਪਤੀ ਦਾ ਵੱਡਾ ਅਹੁਦਾ ਮਿਲੇਗਾ? ਕਿਉਂਕਿ ਇਹਨਾਂ ਦੇ ਵਿੱਚੋਂ ਮੁੱਲਾ ਅਬਦੁਲ ਗਨੀ ਬਰਾਦਰ ਉਹਨਾਂ 4 ਲੋਕਾਂ ਦੇ ਵਿੱਚੋਂ ਹੈ ਜਿਨ੍ਹਾਂ ਨੇ 1994 ਦੇ ਵਿੱਚ ਤਾਲਿਬਾਨ ਦੀ ਸਥਾਪਨਾ ਕੀਤੀ ਸੀ। ਸੋ ਪ੍ਰਾਈਮ ਟਾਈਮ ਦੇ ਵਿੱਚ ਸਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ। ਅਫਗਾਨਿਸਤਾਨ ਦੇ ਨਾਲ ਜੁੜੀਆਂ ਜਾਣਕਾਰੀਆਂ ਲਗਾਤਾਰ ਜਾਣਨ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਨਾਲ ਜੁੜ ਸਕਦੇ ਹੋ। ਦਾ ਖਾਲਸ ਟੀਵੀ ਕਰਕੇ ਫੇਸਬੁੱਕ ਪੇਜ ਹੈ, ਇੰਸਟਾਗ੍ਰਾਮ ਦੇ ਨਾਲ ਵੀ ਜੁੜ ਸਕਦੇ ਹੋ। ਉੱਥੋਂ ਤੁਹਾਨੂੰ ਜਿਹੜੀਆਂ ਫਟਾਫਟ ਜਾਣਕਾਰੀਆਂ ਜ਼ਰੂਰ ਮਿਲਦੀਆਂ ਰਹਿਣਗੀਆਂ। ਧੰਨਵਾਦ।